ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ CPC TV। ਕਹਿੰਦੇ ਆ ਕਿ ਰਾਜਨੀਤੀ ਉਹ ਕਲਾਸਰੂਮ ਆ ਜਿੱਥੇ ਬੈਠਾ ਬੰਦਾ ਆਪਣੇ ਆਪ ਹੀ ਝੂਠ ਫਰੇਬ ਛਲ ਕਪਟ ਇਹ ਸਾਰਾ ਕੁਛ ਹੈ ਜਿਹੜਾ ਸਿੱਖ ਜਾਂਦਾ ਆ। ਕੋਈ ਸਿਖਾਉਣ ਵਾਲਾ ਹੋਵੇ ਜਾਂ ਨਾ ਹੋਵੇ, ਰਾਜਨੀਤੀ ਦੇ ਕਲਾਸਰੂਮ 'ਚ ਪਹੁੰਚਿਆ ਬੰਦਾ ਆਪਣੇ ਆਪ ਹੀ ਇਹਨਾਂ ਚੀਜ਼ਾਂ ਤੱਕ ਪਹੁੰਚ ਜਾਂਦਾ ਹੈ। ਖੈਰ, ਰਾਜਨੀਤੀ ਦੀ ਗੱਲ ਚੱਲੀ ਆ। ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਬਰਦਸਤ ਹਲਚਲ ਹੈ। ਹਲਚਲ ਇਸ ਕਰਕੇ ਆ ਕਿਉਂਕਿ ਪੁਰਾਣੇ ਸਮਿਆਂ 'ਚ ਜਿੱਦਾਂ ਕਹਿੰਦੇ ਸੀ ਪਿੰਡ ਦੇ ਵਿੱਚ ਜਵਾਕ ਚੁੱਕਣ ਵਾਲੇ ਆ ਗਏ, ਜਵਾਕ ਚੁੱਕਣ ਵਾਲੇ ਆ ਗਏ, ਉੱਦਾਂ ਹੀ ਅੱਜ ਇੰਡੀਆ ਦੀ ਰਾਜਨੀਤੀ 'ਚ ਇਸ ਤਰ੍ਹਾਂ ਦਾ ਭੈ ਹੈ ਕਿ ਭਾਜਪਾ ਵਾਲੇ ਵਿਧਾਇਕ ਚੁੱਕਣ ਪੈ ਗਏ, ਵਿਧਾਇਕ ਚੁੱਕਣ ਆ ਗਏ। ਤਾਂ ਇਹਨਾਂ ਨੇ ਵੀ ਕਹਿ ਦਿੱਤਾ ਕਿ ਹਾਂਜੀ ਸਾਡੇ ਵਿਧਾਇਕਾਂ ਨੂੰ ਵੀ ਪੈ ਗਏ ਨੇ। ਉਹ ਕਹਿੰਦੇ ਕਿ ਨਹੀਂ ਇਹ ਝੂਠ ਬੋਲਦੇ ਆ, ਨੌਟੰਕੀ ਕਰਦੇ ਵਗੈਰਾ ਵਗੈਰਾ। ਤੁਸੀਂ ਸਾਰੇ ਇਲਜ਼ਾਮ ਜਿਹੜੇ ਆ ਉਹ ਦੇਖੇ ਹੋਣੇ ਆ, ਸੁਣੇ ਹੋਣੇ ਆ। ਤਰੀਕ ਹੈ 18 ਸਤੰਬਰ। ਇਤਫਾਕ ਵੇਖੋ, ਪਿਛਲੇ ਸਾਲ ਇਹਨਾਂ ਹੀ ਦਿਨਾਂ ਦੇ ਵਿੱਚ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਇਸੇ ਦਿਨ 18 ਸਤੰਬਰ ਨੂੰ ਦਿੱਲੀ ਦੇ ਵਿੱਚ ਕਾਂਗਰਸੀ ਵਿਧਾਇਕ ਬੁਲਾਏ ਗਏ ਸਨ। ਹੁਣ ਦਿੱਲੀ ਦੇ ਵਿੱਚ ਪੰਜਾਬੀ ਵਿਧਾਇਕ ਬੁਲਾਏ ਗਏ ਨੇ। ਬੁਲਾਉਣ ਤੋਂ ਮਤਲਬ ਇੱਕ ਬਿਲਕੁਲ ਨਵੀਂ ਜਿਹੜੀ ਰਾਜਨੀਤੀ ਦੇ ਵਿੱਚ ਟਰਮ ਯੂਜ਼ ਕੀਤੀ ਜਾਂਦੀ ਹੈ, ਉਹਨੂੰ ਬੋਲਦੇ ਨੇ ਈਵੈਂਟ ਮੈਨੇਜਮੈਂਟ। ਰਾਜਸੀ ਘਟਨਾਕ੍ਰਮ ਦੀ ਇਸ ਤਰੀਕੇ ਦੇ ਨਾਲ ਦ੍ਰਿਸ਼ਟਾਂਤਕ ਪੇਸ਼ਕਾਰੀ ਕਿ ਵੇਖਣ ਵਾਲਾ ਦੁਬਿਧਾ 'ਚ ਪੈ ਜਾਵੇ, ਵੇਖਣ ਵਾਲਾ ਖਿੱਚਿਆ ਤੁਰਿਆ ਆਵੇ, ਇਹਨੂੰ ਬੋਲਦੇ ਆ ਪੋਲੀਟੀਕਲ ਈਵੈਂਟ ਮੈਨੇਜਮੈਂਟ, ਜਿਹਦੇ 'ਚ ਨਰਿੰਦਰ ਮੋਦੀ ਕੋਲ ਮਾਸਟਰ ਡਿਗਰੀ ਹੈ ਅਤੇ ਗ੍ਰੈਜੂਏਟ ਤੇ ਘੱਟੋ ਘੱਟ ਕੇਜਰੀਵਾਲ ਸਾਹਿਬ ਵੀ ਹੋ ਚੁੱਕੇ ਆ। ਅਤੇ ਮੇਰੇ ਖਿਆਲ ਦੇ ਨਾਲ +2 ਪਾਸ ਹੁਣ ਜਿਹੜੀ ਹੈ ਨਾ ਉਹ ਸਾਡੇ ਭਗਵੰਤ ਮਾਨ ਜੀ ਨੇ ਵੀ ਕਰ ਲਈ ਆ। ਉੱਥੇ ਬੁਲਾਏ ਜਾਣਗੇ ਵਿਧਾਇਕ, ਪੂਰੇ ਜ਼ੋਰ ਸ਼ੋਰ ਦੇ ਨਾਲ ਇੱਕ ਚੀਜ਼ ਦਿਖਾਈ ਜਾਏਗੀ ਕਿ ਦੇਖੋ ਭਾਜਪਾ ਸਾਡੇ ਮਗਰ ਪੈ ਗਈ ਆ। ਭਾਜਪਾ ਸਾਡੇ ਮਗਰ ਇਸ ਕਰਕੇ ਪਈ ਹੈ, ਕਿਉਂ? ਕਿਉਂਕਿ ਉਹਨਾਂ ਨੂੰ ਸਾਥੋਂ ਡਰ ਲੱਗਦਾ ਹੈ। ਜਦੋਂ ਕੋਈ ਇਹ ਬੰਦਾ ਪਰਸੈਪਸ਼ਨ ਰਾਜਨੀਤੀ ਦੇ ਵਿੱਚ ਘੜ ਦੇਵੇ ਕਿ ਫਲਾਣਾ ਬੰਦਾ ਮੇਰੇ ਤੋਂ ਡਰਦਾ ਹੈ, ਤਾਂ ਸਮਝ ਲਓ ਕਿ ਉਹਦੇ ਵਿੱਚ ਉਹ ਬੰਦਾ ਰਾਜਨੀਤੀ ਅੰਦਰ ਬਹੁਤ ਵੱਡੀ ਚਾਲ ਚੱਲ ਰਿਹਾ। ਮਸਲਨ ਜੇ ਆਪਾਂ ਦੇਖੀਏ ਤਾਂ ਰਾਹੁਲ ਗਾਂਧੀ ਇਹ ਕਹਿੰਦਾ ਹੈ ਕਿ ਨਰਿੰਦਰ ਮੋਦੀ ਕਾਂਗਰਸ ਤੋਂ ਡਰਦਾ ਹੈ। ਸੰਘ ਇਹ ਕਹਿੰਦਾ ਹੈ ਕਿ ਇਹ ਸਾਥੋਂ ਚੱਲਦੇ ਆ ਕਿਉਂਕਿ ਇਹਨਾਂ ਦਾ ਤੋੜ ਅੱਜ ਤੱਕ ਹੈ ਨਹੀਂ ਸੀ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਹਟ ਪਿੱਛੇ, क्यों पड़े हो चक्कर में कोई नहीं है टक्कर में, कि साथों बिना ਇਹ ਜਿਹੜੇ ਹੈਗੇ ਨੇ ਅੱਜ ਕੱਲ੍ਹ ਰਾਜਨੀਤੀ ਦੇ ਧੁਰੰਦਰ ਬੰਦੇ ਕੇਜਰੀਵਾਲ ਹੋ ਰਹੀ, ਇਹ ਕਿਸੇ ਤੋਂ ਕੰਮ ਦੇ ਨਹੀਂ। ਜਿੱਥੇ ਅਸੀਂ ਜਾਂਦੇ ਹਾਂ ਨਾ ਉੱਥੇ ਫੇਰ ਇਹ ਭੱਜ ਵਗਦੇ ਆ। ਇਹ ਦਿਖਾਉਣ ਦਾ, ਇਹ ਦਰਸਾਉਣ ਦਾ ਪੂਰਨ ਤੌਰ 'ਤੇ ਯਤਨ ਕੀਤਾ ਜਾਏਗਾ, ਕੌਮੀ ਪੱਧਰ 'ਤੇ ਮੈਸੇਜ ਛੱਡਣ ਦਾ ਯਤਨ ਕੀਤਾ ਜਾਏਗਾ ਕਿ ਅਰਵਿੰਦ ਕੇਜਰੀਵਾਲ ਤੋਂ, ਅਰਵਿੰਦ ਕੇਜਰੀਵਾਲ ਦੇ ਸੰਗਠਨ ਤੋਂ ਭਾਜਪਾ, ਨਰਿੰਦਰ ਮੋਦੀ, ਸੰਘ ਇਹ ਸਾਰੇ ਘਬਰਾਏ ਹੋਏ ਆ। ਇਸੇ ਕਰਕੇ ਜਿੱਥੇ ਜਿੱਥੇ ਸਾਡੀਆਂ ਸਰਕਾਰਾਂ ਇਹਨਾਂ ਨੂੰ ਹਰਾ ਕੇ ਚੁਣੀਆਂ ਜਾਂਦੀਆਂ ਨੇ, ਉੱਥੇ ਉੱਥੇ ਇਸ ਸਰਕਾਰਾਂ ਨੂੰ ਡੇਗਣ ਦੇ ਛੜਯੰਤਰ ਸਾਜ਼ਿਸ਼ਾਂ ਰਚਦੇ ਨੇ। ਆਹ ਹੈ ਮੈਸੇਜ ਦੇਣ ਦਾ ਯਤਨ। ਦੂਸਰਾ ਮੈਸੇਜ ਇਹ ਵੀ ਹੈ ਕਿਉਂਕਿ ਦੇਖੋ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਗਾਂਹ ਕੀ ਹੋਣ ਜਾ ਰਿਹਾ ਹੈ। ਉਮੀਦ ਸੀ ਕਿ ਸਿਮਰਨਜੀਤ ਸਿੰਘ ਮਾਨ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਸਕਦੇ ਆ, ਪਰ ਕੁਛ ਚੀਜ਼ਾਂ, ਕੁਛ ਕਾਰਨ, ਕੁਛ ਉਹਨਾਂ ਦੇ ਆਪਣੇ ਬਿਆਨਾਤ, ਉਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਮਿਲਾ ਕੇ ਦੇਖੋਗੇ ਤਾਂ ਹਾਲ ਦੀ ਘੜੀ ਇਸ ਸੰਭਾਵਨਾ ਨੂੰ ਥੋੜ੍ਹਾ ਕਮਜ਼ੋਰ ਕਰਦੇ ਨੇ। ਪਰ ਸਿਮਰਨਜੀਤ ਸਿੰਘ ਮਾਨ ਹਾਲੇ ਵੀ ਸੰਭਾਵਨਾ ਰੱਖਦੇ ਆ ਕਿ ਉਹ ਪੰਥਕ ਰਾਜਨੀਤੀ ਦੇ ਬਲਬੂਤੇ 'ਤੇ ਇੱਕ ਸਟਰੋਂਗ ਵਿਰੋਧੀ ਧਿਰ ਵਜੋਂ ਫਰੇਮ 'ਚ ਆ ਸਕਦੇ ਆ। ਪਰੰਤੂ ਭਾਜਪਾ ਦੀ ਕੀ ਸਟ੍ਰੈਟਜੀ ਹੈ? ਭਾਜਪਾ ਦੀ ਸਟ੍ਰੈਟਜੀ ਇਹ ਆ ਕਿ ਅਸੀਂ ਪੰਥਕ ਰਾਜਨੀਤੀ ਜਾਂ ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਕਾਂਗਰਸ, ਇਹਨਾਂ ਨੂੰ ਪਛਾੜ ਕੇ ਘੱਟੋ ਘੱਟ ਫਰੇਮ ਦੇ ਵਿੱਚ ਆਈਏ ਇੱਕ ਵਿਰੋਧੀ ਧਿਰ ਦੇ ਵਜੋਂ। ਤਾਂ ਉਸੇ ਸਿਲਸਿਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਬਹੁਤ ਵੱਡੇ ਫੈਸਲੇ ਲਏ ਜਾ ਰਹੇ ਆ। ਕੇਂਦਰੀ ਮੰਤਰੀ ਆਉਂਦੇ ਆ, ਕਦੋਂ ਉਹ ਸ਼ੈਡਿਊਲ ਕਾਸਟ ਪਰਿਵਾਰਾਂ ਦੇ ਘਰਾਂ ਦੇ ਵਿੱਚ ਵੜ ਕੇ ਰੋਟੀ ਖਾ ਜਾਂਦੇ, ਪੰਜਾਬੀਆਂ ਨੂੰ ਪਤਾ ਹੀ ਨਹੀਂ। ਕਦੋਂ ਕੇਂਦਰੀ ਵਜ਼ੀਰ ਬਠਿੰਡੇ ਵਰਗੇ ਸ਼ਹਿਰ ਦੇ ਇੱਕ ਬਾਹਰ-ਬਾਹਰ ਇਲਾਕੇ ਦੀ ਇੱਕ ਬਸਤੀ ਦੇ ਵਿੱਚ ਰਾਤ ਕੱਟ ਜਾਂਦੇ ਆ,
ਜਾਂ ਸਮਾਂ ਕੱਟ ਜਾਂਦੇ ਆ, ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਭਾਜਪਾ ਦੀ ਰਣਨੀਤੀ ਅਸਲ ਦੇ ਵਿੱਚ ਇਹੋ ਆ ਕਿ ਜੱਟ ਵਰਸਸ ਜੱਟ, ਜਿਵੇਂ ਮਤਲਬ ਕਿ ਵੈਸੇ ਤਾਂ ਜਾਤੀਵਾਦ ਆ ਜਾਂਦਾ ਹੈ ਜਿਹਦੇ ਤੋਂ ਗਰੇਜ਼ ਕਰਨਾ ਚਾਹੀਦਾ, ਪਰ ਰਾਜਨੀਤੀ ਦੇ ਵਿੱਚ ਇਹ ਸਮੀਕਰਨ ਜਿਹੜੇ ਆ ਛੱਡੇ ਨਹੀਂ ਜਾ ਸਕਦੇ, ਡਰੋਪ ਆਊਟ ਨਹੀਂ ਕੀਤੇ ਜਾ ਸਕਦੇ। ਭਾਜਪਾ ਦਾ ਯਤਨ ਕੀ ਹੈ? ਬਲਵੀਰ ਸਿੱਧੂ ਲੈ ਲਓ, ਕਾਂਗੜ ਲੈ ਲਓ, ਸੁਨੀਲ ਜਾਖੜ ਲੈ ਲਓ, ਅਮਰਿੰਦਰ ਲੈ ਲਓ। ਅਮਰਿੰਦਰ ਦੇ ਨਾਲ ਹੁਣ ਤੁਹਾਨੂੰ ਪਤਾ ਆ ਸਿਰ ਜਾਏਗਾ ਤੇ ਨਾਲ ਕੰਨ ਵੀ ਜਾਣੇ ਆ। ਪਰਿਵਾਰ ਲੈ ਲਓ, ਉਹ ਨਾਲ ਹੋਰ 5-7 ਘੜੀਸ ਸਕਦੇ ਆ। ਤਾਂ ਗੱਲ ਕੀ ਹੈ ਕਿ ਇਸ ਤਰ੍ਹਾਂ ਦੇ ਚਿਹਰੇ ਸ਼ਾਮਲ ਕੀਤੇ ਜਾਣ, ਜਿਵੇਂ ਲਾਲਪੁਰਾ ਸਾਹਿਬ ਪਹਿਲਾਂ ਹੀ ਮੌਜੂਦ ਆ, ਤਾਂ ਇਸ ਤਰ੍ਹਾਂ ਦੇ ਚਿਹਰੇ ਸ਼ਾਮਲ ਕੀਤੇ ਜਾਣ ਜੋ ਜੱਟ ਵਰਸਸ ਜੱਟ ਦੀ ਜਿਹੜੀ ਰਾਜਨੀਤੀ ਹੈ ਉਸ ਖੇਡ ਦੇ ਵਿੱਚ ਇੱਕ ਉਲਝਵੀਂ ਖੇਡ ਪੈਦਾ ਕਰ ਸਕਣ। ਤਾਂ ਇਸ ਗੱਲ ਨੂੰ ਕੇਜਰੀਵਾਲ ਨਾ ਭਾਂਪੇ, ਕੇਜਰੀਵਾਲ ਸਾਹਿਬ ਇਸ ਗੱਲ ਤੋਂ ਨਾ ਜਾਣੂ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਤਾਂ ਦੂਸਰਾ ਉਹਨਾਂ ਦਾ ਸੰਦੇਸ਼ ਜਾਂ ਕਹਿ ਲਓ ਕਿ ਮੰਤਵ ਇਹੋ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਦਿਖਾਇਆ ਜਾਵੇ ਕਿ ਭਾਜਪਾ ਜਿਹੜੀ ਹੈ ਉਹ ਕਿੰਨੀ ਬੇਚੈਨ ਆ, ਕਿੰਨੀ ਆਵਾਜ਼ਾਰ ਹੋ ਚੁੱਕੀ ਆ ਆਮ ਆਦਮੀ ਪਾਰਟੀ ਤੋਂ। ਤਾਂ ਜਿਹੜੀ ਉਹਦੀ ਸੰਭਾਵਨਾ ਉਹਨੂੰ ਵੀ ਕਿਤੇ ਨਾ ਕਿਤੇ ਉਹ ਲਿਆ ਰਹੇ ਨੇ ਸਵਾਲੀਆ ਨਿਸ਼ਾਨ ਹੇਠ ਕਿ ਦੇਖੋ ਜੀ ਇਹ ਸਾਡੀ ਸਰਕਾਰ ਨੂੰ ਦੇਖ ਕੇ ਆਪ ਸਰਕਾਰ ਬਣਾਉਣਾ ਚਾਹੁੰਦੇ ਆ, ਕਿਉਂਕਿ ਪੰਜਾਬੀ ਇਹਨਾਂ ਨੂੰ ਮਨ 'ਚ ਨਹੀਂ ਵਸਾਏ ਤਾਂ ਮਨ 'ਚੋਂ ਜਦੋਂ ਕੱਢੇ ਹੋਣ ਲੋਕ ਤਾਂ ਫਿਰ ਇਸ ਤਰ੍ਹਾਂ ਦੀ ਉਹ ਤਿਕੜਮਬਾਜ਼ੀ ਕਰਨ। ਤਾਂ ਜਿਹੜੇ ਲੋਕ ਮਨ 'ਚ ਉਹਨਾਂ ਨੂੰ ਵਸਾ ਕੇ ਨਹੀਂ ਬੈਠੇ ਤਾਂ ਫਿਰ ਉਹ ਹੋਰ ਕਿਰਨਾ ਕਰਦੇ ਆ। ਤਾਂ ਸਭ ਤੋਂ ਵੱਡਾ ਨਿਸ਼ਾਨਾ ਇਸ ਸਾਰੇ ਪ੍ਰਕਰਣ ਦੇ ਵਿੱਚ ਤੁਹਾਨੂੰ ਜੋ ਨਜ਼ਰ ਆਏਗਾ ਜਾਂ ਮੈਨੂੰ ਘੱਟ ਤੋਂ ਘੱਟ ਜੋ ਨਜ਼ਰ ਆਇਆ ਉਹ ਇਹੋ ਆ ਕਿ ਕੌਮੀ ਰਾਜਨੀਤੀ ਦੇ ਵਿੱਚ ਇੱਕ ਦੋ ਧਿਰੀ ਲੜਾਈ ਨੂੰ ਸਥਾਪਿਤ ਕੀਤਾ ਜਾਵੇ। ਜਦੋਂ ਤੁਸੀਂ ਦੋ ਧਿਰੀ ਲੜਾਈ ਨੂੰ ਸਥਾਪਿਤ ਕਰ ਦਿੰਦੇ ਹੋ ਤਾਂ ਪਰਸੈਪਸ਼ਨ ਆਮ ਹੀ ਜਾਂ ਕਹਿ ਲਓ ਕਿ ਫਿਰ ਆਪਣੇ ਆਪ ਹੀ ਅੱਗੇ ਵੱਧਦੀ ਤੁਰੀ ਜਾਂਦੀ ਹੈ। ਦੂਜੀ ਗੱਲ, ਆਪਰੇਸ਼ਨ ਲੋਟਸ ਇਹ ਕੇਜਰੀਵਾਲ ਹੋਰਾਂ ਦੇ ਨਾਲ ਨਵਾਂ ਨਹੀਂ ਹੋਇਆ। ਇਹਦੀ ਹੁਣ ਬੁਨਿਆਦ ਜਿਹੜੀ ਹੈ ਉਹ ਕਿੰਨੀ ਕੁ ਮਜ਼ਬੂਤ ਹੈ, ਕੀ ਸੱਚ ਹੈ ਕੀ ਝੂਠ ਆ, ਉਹ ਜ਼ੇਰੇ ਤਫਤੀਸ਼ ਹੈ, ਤਫਤੀਸ਼ ਚੱਲ ਰਹੀ ਹੈ। ਉਹਦੇ ਵਿੱਚ ਕਹਿੰਦੇ ਆ ਕਿ 5 ਰਿਕਾਰਡਿੰਗਾਂ ਨੇ ਉਹ ਸੌਂਪ ਦਿੱਤੀਆਂ ਗਈਆਂ। ਉਹਦੇ ਵਿੱਚੋਂ ਕੁਛ ਇੱਕ ਜਿਹੜੀ ਖਬਰ ਸੀਗੀ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇੰਟਰਨੈਸ਼ਨਲ ਨੰਬਰ ਤੋਂ ਕਾਲ ਹੁੰਦੀ ਹੈ ਜਾਂ ਇੱਕ ਐਪ ਦਾ ਜ਼ਿਕਰ ਆ ਕਿ ਉਸ ਐਪ ਦੇ ਥਰੂ ਨੰਬਰ ਜਿਹੜਾ ਬਦਲਾ ਦਿੱਤਾ ਜਾਂਦਾ ਹੈ, ਉਹ ਕਾਲਿੰਗ ਹੋਈ ਆ। ਤਾਂ ਕੁਛ MLS ਜਿਹੜੇ ਸੀਗੇ ਉਹ ਰਿਕਾਰਡਿੰਗ ਕਰਨ 'ਚ ਕਾਮਯਾਬ ਰਹੇ ਨੇ ਅਤੇ ਵੱਖ-ਵੱਖ ਬੰਦਿਆਂ ਦੀਆਂ ਆਵਾਜ਼ਾਂ ਨੇ। ਹੁਣ ਬੜਾ ਸਿੰਪਲ ਫੰਡਾ ਹੈ ਕਿ ਜਦੋਂ ਤਫਤੀਸ਼ ਹੋਏਗੀ, ਜਿਨ੍ਹਾਂ 'ਤੇ ਸ਼ੱਕ ਹੋਵੇ ਉਹਨਾਂ ਬੰਦਿਆਂ ਨੂੰ ਚੱਕ ਲਿਆ ਜਾਵੇ ਅਤੇ ਫਿਰ ਉਹਨਾਂ ਦੇ ਆਵਾਜ਼ ਦੇ ਨਮੂਨੇ ਲੈ ਲਏ ਜਾਣ, ਮਿਲਾਨ ਕਰਾ ਲਿਆ ਜਾਵੇ। ਜੇ ਮੇਲ ਹੋ ਜਾਂਦੇ ਆ ਅਤੇ ਉਹਨਾਂ ਨੂੰ ਚੁੱਕ ਕੇ ਕਾਲਰ ਤੋਂ ਘੜੀਸ ਕੇ ਜੇਲ੍ਹ 'ਚ ਸੁੱਟ ਦੇਣਾ ਚਾਹੀਦਾ, ਚਾਹੇ ਉਹ ਭਾਜਪਾ ਵਾਲੇ ਆ ਚਾਹੇ ਕੋਈ ਹੋਰ ਹੈ, ਹੋਰ ਕੋਈ ਵੀ ਹੋ ਸਕਦਾ ਹੈ। ਭਾਜਪਾ ਬਦਨਾਮ ਹੈ। ਭਾਜਪਾ ਕੋਈ ਇਹ ਨਹੀਂ ਹੈਗਾ ਕਿ ਦੁੱਧ ਧੋਤੀ ਹੈ। ਭਾਜਪਾ ਨੇ ਬਹੁਤ ਥਾਵਾਂ 'ਤੇ ਇਹ ਤਿਕੜਮ ਇਹ ਖੇਡ ਖੇਡੀ ਹੈ ਜਿਹੜੀ ਔਨ ਰਿਕਾਰਡ ਆ। ਇਹ ਤਾਂ ਉੱਤਰਾਖੰਡ ਸਰਕਾਰ ਨੂੰ ਪੈ ਗਏ ਸਨ 2014 ਦੇ ਵਿੱਚ ਆ ਕੇ। ਸੁਪਰੀਮ ਕੋਰਟ ਨੇ ਕਿਹਾ ਕਿ ਨਾ ਇੱਦਾਂ ਤਾਂ ਪਿਆਰ ਹੁੰਦੇ ਨਾ ਕਿ ਬਾਈ ਹੱਟ ਪਿੱਛੇ, ਇੱਦਾਂ ਨਹੀਂ ਚੱਲੇਗਾ, ਇਹ ਦੇਸ਼ ਤੁਹਾਡੀ ਤਾਨਾਸ਼ਾਹੀ ਨਾਲ ਨਹੀਂ ਚੱਲ ਸਕਦਾ। ਪਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਪੈਟਰਨ ਚੇਂਜ ਕੀਤਾ। ਜਿੱਥੇ ਵੀ ਸਰਕਾਰ ਸੁੱਟਣੀ ਹੁੰਦੀ ਹੈ, ਜਿੱਥੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਾ ਹੁੰਦਾ ਹੈ, ਉੱਥੇ ਬੜੀ ਹੁਸ਼ਿਆਰੀ ਦੇ ਨਾਲ ਕੰਮ ਕੀਤਾ ਜਾਂਦਾ। ਮਿਸਾਲ ਦੇ ਤੌਰ 'ਤੇ ਤੁਸੀਂ ਮਹਾਰਾਸ਼ਟਰ 'ਚ ਦੇਖੋ ਕਿ ਉੱਥੇ ਨਾਰਾਜ਼ਗੀ ਦਾ ਫਾਇਦਾ ਚੁੱਕਿਆ। ਇੱਕ ਧੜਾ ਜਦੋਂ ਦੂਸਰੇ ਧੜੇ ਨਾਲ ਨਾਰਾਜ਼ ਹੁੰਦਾ ਹੈ ਤਾਂ ਉਸ ਧੜੇ ਦੇ ਆਗੂ ਨੂੰ ਪੱਟਿਆ ਜਾਂਦਾ, ਤਾਂ ਉਹ ਧੜਾ ਫਿਰ ਧਾੜੀ ਡੇਗ ਦਿੰਦਾ ਤੂੜੀ ਵਾਲੀ। ਇਹ ਹੁੰਦਾ ਪੈਟਰਨ। ਉਹੀ ਗੇਮ ਤੁਹਾਨੂੰ ਪਤਾ ਹੈ ਨਾ, ਲਾਲੂ ਪ੍ਰਸਾਦ ਯਾਦਵ ਹੋਰੀ ਲਾ ਗਏ ਬਿਹਾਰ ਦੇ ਵਿੱਚ। ਇਹ ਰਾਜਨੀਤੀ ਦੇ ਪੈਟਰਨ ਹੁੰਦੇ ਆ। ਪਰ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਉਲਟ ਹੈ। ਘੱਟੋ ਘੱਟ ਇਹਨਾਂ ਨੂੰ ਜੇ ਆਪਾਂ ਦੇਖੀਏ ਰਾਜਨੀਤੀ ਦੀ ਜੋ ਵਿਆਖਿਆ ਵੈਸੇ ਤਾਂ ਬੜੀ ਡੂੰਘੀ ਹੁੰਦੀ ਹੈ, ਪਰ ਜੋ ਤਕਾਜ਼ਾ ਹੈ ਉਹ ਤਾਂ ਘੱਟੋ ਘੱਟ ਅਸੀਂ ਜਾਣ ਸਕਦੇ ਹਾਂ ਨਾ ਕਿ 55-56 ਵਿਧਾਇਕ ਤੋੜ ਕੇ ਭਾਜਪਾ ਫੇਰ ਹੀ ਸਰਕਾਰ ਬਣਾ ਸਕਦੀ ਹੈ। ਸਰਕਾਰ ਡਿੱਗਣ ਵਾਸਤੇ ਵੀ ਘੱਟੋ ਘੱਟ 35-40 ਵਿਧਾਇਕ ਤੋੜਨੇ ਜ਼ਰੂਰੀ ਆਮ ਆਦਮੀ ਪਾਰਟੀ ਦੇ, ਤਦ ਹੀ ਸਰਕਾਰ ਡਿੱਗੇਗੀ। ਸੋ ਇਸ ਕਰਕੇ ਭਾਜਪਾ ਬਦਨਾਮ ਹੈ। ਰਾਜ ਬਰਾੜ ਦਾ ਇੱਕ ਗੀਤ ਮੈਂ ਬੜਾ ਸੁਣਿਆ ਹੈ ਕਿਸੇ ਟਾਈਮ, ਤੁਸੀਂ ਮਸ਼ਹੂਰ ਬੜੇ ਹੋ ਗਏ ਅਸੀਂ ਬਦਨਾਮ ਬੜੇ ਹੋ ਗਏ।
कई बार की होंदा है कि किसी की बदनामी भी किसी की मशहूरी का सबब बन जाती है। केजरीवाल ने इन्हां दी एक ऐसी रग फड़ी जिहड़ी बदनाम है कि हाँ भाई इन्हां दी इस रग ते वार किया जाए तो कुसकन जोगे नहीं रहणगे, क्योंकि पूरे भारत दे विच नहीं पूरी दुनिया दे विच इस चीज़ का तो हमेशा जिक्र होंदा है कि सरकारां किस तरह बनाईयां जांदियां, सरकारां किस तरह डिगियां जांदियां ने। तो उस रग नूं फड़िया है। यही चतुर चलाक राजनीतिक बंदे की पछाण होंदी है कि उस रग ते वार किया जाए जो शाह आ गया। खैर हुण भाजपा जदों मतलब कि चर्चा चाहेगी कि यार ये तो अगे भी इदां दे काम करते हो सकते, दुविधा खड़ी हो गए। जिथे दुविधा खड़ी हो जाएगी ना, पॉलिटिक्स उत्थों अगे तुरदी है, पॉलिटिक्स उत्थों अगे तुरदी है। क्यों? क्योंकि इन्हां दोनों दे विच ये जिहड़ियां दो तनसीमां ने भाजपा ते आम आदमी पार्टी, इन्हां दे विच ये गेम लंबे समय तो चलती है। पर ऐतकी केंद्र पंजाब पहली बारी बनिया। मैं तुहानूं एक याद करवाउणा वाਕਿया जिहड़ा तुहानूं जहनी तौर पर फिर उस दौर च लै जाएगा जिस दौर दे विच एक आस, एक कह लो कि उम्मीद की रिशम पूरे मुल्क ने वेखी सी। 2013 का पहला इलैक्शन तुसीं देखिया होना दिल्ली दे विच, क्या बातां, धड़ैक 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 एंट्रियां होंदियां। आम आदमी पार्टी दूजी वड्डी पार्टी बन जाती है भारतीय जनता पार्टी तो बाद, कांग्रेस की सपोर्ट के नाल सरकार बन जाती है। सरकार थोड़े दिन चलती है, 49 दिन की सरकार। पर उस दरम्यान की होंदा है, उस दरम्यान एक वाक़या घटदा है जिहड़ा कि पंजाबियों नूं शायद भुल गया होएगा ਜਾਂ टावें विरले नूं याद होएगा कि इसे तरह की कॉलिंग का रौला पिया कि नितिन गडकरी ते अरुण जेटली साहब उदों जिंदा सन कि इन्हां दे दफ्तरां दे विचों कालां आ रही ने MLAs नूं। रौला पै गया, बहुत रौला पिया। खैर उस तो बाद इन्हां दे एक साबका विधायक हुंदे सन गर्ग साहब ने मार्च 31 2015 नूं खुलासा किया जदों वो एक्स हो चुके सन, शायद पार्टी नाल भी उन्होंने वखरेवे हो गए। उन्होंने उस टाइम जिहड़ी गल कही सी वो हैरान करने वाली सी, परेशान करने वाली सी। गर्ग साहब ने खुलासा किया कि मैनू इस तरह की कॉलिंग हुई, मैं उन्हां चों शामिल सी जिन्हां नूं कॉलिंग हुई। इंटरस्टिंग गल उन्होंने जिहड़ी कही कि मैं उस नंबर का स्क्रीनशॉट मारन दे विच कामयाब होया। तुहानूं पता है ना 2015 च ये तकनीकां थोड़ियां जिहियां घट सन। आ जो आपां देखते हैं कॉलिंग ऐप्स ये भी ना मात्र ही होणगियां, कोई ज़्यादा इन्नी आपां देखते हैं कि ये भंबल भूसे वाली स्थिति नहीं सी। चलो वो कहता है कि मैं उसते बाद उस नंबर की कंप्लेंट फाइल कर दी कि भाई इस नंबर तो मैनू कॉल आई है जो कथित तौर पर दावा कर रहा जा रहा है कि नितिन गडकरी या अरुण जेतली के दफ्तर चों है। रौला पै गया। उन्होंने अगे बयान की है, वो अगे जो बयान देंदे है वो कहते हैं कि भाई जदों मैं कंप्लेंट फाइल कर दी, संजय सिंह वो नाम लै रहे हैं बाय नेम, संजय सिंह ने मेरे ते दबाव बनाया कि कंप्लेंट पुट्ठी ली जाए। मतलब सीधा संकेत कि कॉल करने वाला अपने तो अपने होते हैं। फिल्म आई सी अपने, तो बस तुसी समझ जाओ कि उन्हां दा दावा की सी। दावा यही सीगा कि दरअसल वो सारा परपंच रचिया गया। चलो अगे चलते हैं। असी इस तरह के दावे ते यकीन थोड़ी कर सकते हैं, करने की जरूरत भी नहीं। राजनीतिक दावे ने हजूर, जदों इकट्ठे होंदे ने उदों गल्लां होर, ते जदों वो कहंदे ना यारी टुट्टी तो कढ़े तू सानू गालां, ते लगी वेले रब हुंदे सी। लगी वेले रब हुंदे आ ते टुट्टी तो फिर गालां कढ़दे आ। पर कहानी इत्थे खत्म नहीं हुई हजूर, कहानी इत्थे खत्म नहीं हुई। 7 साल बाद 2015 गुजर गया। 7 साल बाद एक घटनाक्रम एक बार फिर ताज़ा होता है। पंजाब दे चलंत घटनाक्रम तो कुछ वीक पिछे
कत्याल इन्हां दा एक बहुत बहुत फन्ने खा किसी समय का वर्कर सीगा। इहदा नाम पूरा है परमजीत सिंह कत्याल। ये बेसिकली आम आदमी पार्टी के हरियाणे दे विच जनरल सैकटरी होया करते सन, जिन्हों आप हिंदी च महासचिव कह देने हाँ। इन्हें जिहड़ी गल कही अपनी इंटरव्यू दे विच, वीडियो क्लिप वायरल हो गई, वो तुहानूं ईजली लभ सकती है। तुसीं जे देखनी होवे सुननी होवे वो देख सकते हो। परमजीत सिंह कत्याल की वो वीडियो ऑन रिकॉर्ड पई है, जिहदे च उन्होंने एक दावा किया। एक दावा गर्ग साहब वाला हो गया, असीं उहनूं छड्ड दिता कि हो सकता बई झूठ बोल रहा हो सकता सच भी होवे, राजनीति च कुछ भी हो सकता है। कत्याल की कह रहे हैं, वो कहते आ मन रहे आ, कन्फैशन है उन्हों का जिहड़ा वायरल होया। वो कहते कि अरविंद केजरीवाल के दफ्तर तो मिली डायरैक्शन तो बाद उन्होंने वो अपने आप को कह रहा कि 2013 दे विच दिल्ली विधान सभा इलैक्शन दौरान आम आदमी पार्टी नेतावां नूं झूठे कॉल कीते सीगे, झूठी कॉलिंग कीती सी। ते नाल वो दसदे ने, मैं पंजाबी चो लत्था करके तुहानूं दस रहा, नाल वो दस रहे ने कि ये जदों सारा कुछ होया कि पार्टी नूं बचाउण वास्ते ये नेतावां नूं कॉल करके पता लाउणा आपां कि कौन कित्थे खलोता है। यानी 2013 च उथल पुथल चल रही है। आम आदमी पार्टी जद तक दस्तक दे चुकी है कि पासे हो जाओ, असी आ गए हाँ, परंतु थोड़ी उथल पुथल है, उथल पुथल है। तो उस दौरान कत्याल साहब की कहते हैं कि केजरीवाल के दफ्तर वालों हदायत हुई कि तुसी पता लाउणा है, टूटी दे नाल चैक करना है किहड़ा वफादार है किहड़ा बेवफा है, कौन बेवफा ते वफा किने करी है, इहदा आपां टैसट करना है। तो फिर वो कहते हैं कि इस वास्ते असीं एक लिस्ट हासिल की ते 2 इंटरनैशनल सिम कार्ड जिहड़े है वो हासिल किए, जानी सानू मुहैया करवाए गए। एक लिस्ट 2 इंटरनैशनल सिम, ये कत्याल साहब का दावा है। चलो इस तो बाद उन्होंने कहा कि नितिन गडकरी ते अरुण जेतली दे दफ्तर चों कॉलिंग करन दा दावा करना है कि असीं उन्हां दे दफ्तर चों बोल रहे हैं। ते नाल इन्हां ने रकम दसी कि असीं उस टाइम जिहड़े MLA सीगे जां जिन्हां ने दोबारा टिकट हासिल करनी सी, चोण लड़ सकते सी, संभावी उम्मीदवार कह लो आने वाले समय तो उन्होंने चैक किया गया 35-35 लाख की ऑफर करके। मैं नहीं कह रहा, इन्हां दा पुराना साथी कन्फैस कर रहा है, इकबालिया बयान है उहदा कि ये सारा कुछ असीं आप ही कीता सीगा। ते इस गल दी अगे जाके एक शादी होर भरी जाती है, कहानी इंटरस्टिंग हो जाती है। उहदे च तुहानूं पता है योगेंद्र यादव बहुत सियाणा लीडर है, सुलझा लीडर है, इन्हां दा पुराना साथी है, बहुत पुराना साथी है। उन्हें इस गल की शादी भरी है। ये ट्वीट जिहड़ा है वो तुसीं अज भी देख सकते हो जाके। इस ट्वीट के जरिए उन्हें शादी भरी कि परमजीत जी ने मैनू 7 साल पहला इस घटना बारे जानकारी दी सी। मतलब जिस टाइम योगेंद्र यादव भी पार्टी का हिस्सा सन, वो प्रौढ़ता करते इस गल की, शादी भरते आ कि मैनू परमजीत ने यदी जानकारी उस टाइम दे दी सी। जद मैं पुछगिछ की, पता किया तो यह सारा कुछ सच पाया गया। मतलब वो कहते हैं कि असी पुछगिछ भी की कि यह बंदा झूठ तो नहीं बोलता, असी जदों सारा कुछ पता किया तो यह सच सीगा। तो तुसी आप ही देख सकते हो कि योगेंद्र यादव ने भी शादी भरी, हालांकि उस टाइम वो पार्टी का हिस्सा सन, कत्याल भी पार्टी का हिस्सा सन। तो ये बंदियां नूं तुसीं हुण कह सकते हो कि ये पार्टी चों बाहर आ गए, इन्ने सालों बाद गड्ढे मुर्दे इन्हां ने उखाड़ के साडे सामने रख दिते, की फर्क पैंदा है। तो यही राजनीति है हजूर, कि जो किसी नेता नूं या किसी पार्टी नूं प्यार करता है, उहदे लई उहदे बयान इवें लगदा है कि इलाही ने, ये आकाशवाणी है। पर जदों तुसी राजनीति नूं
एक निरपक्ष ढरे ते खलो के वेखोगे, चैक करोगे तो तुहानू राजनीति शक्की जापेगी। हरेक घटना तुहानू एक विश्लेषण का सबब दे के जाएगी। हुण ये देखना होएगा कि जिवें पिछले दिन ही मनीष सिसोदिया ने दावा कर दिता कि मैनू भाजपा ने ऑफर की है, मामला रफा दफा, 4 दिन का रौला, कोई सबूत नहीं, कोई कुछ नहीं। 2013 की कहानी, 2015 की, 2022 की तुसीं सुन लई। हुण फिर एक बारी पंजाब की कहानी वो किस करवट जाएगी, क्योंकि राजनीति शक्की तुहानू निरपक्ष ढरे ते उदों लगती है जदों तुसीं इहनूं ਡੀਕੋਡ करते करते जां इहनूं थोड़ा मैमरी च तरो ताज़ा रखते रखते अगे वधदे हो। तुहाडी मैमरी लई मैं दस देवां, गल दसंबर की है। राघव चड्डा एक पीसी करते हैं। राघव चड्डा पीसी करके कहते हैं कि पंजाब वजारत दे, सरकार की वजारत दे 4 मंत्री सानू कॉल करके कहते हैं कि इधर ले आओ सानू, पर असी ये कचरा नहीं लवांगे क्योंकि ये रेत की खेड दे विच शामिल है। बहुत नेक उद्यम सी, क्यों गंद इकट्ठा करना, क्योंकि पहला ही बथेरे पार्टियां चों लैके आंदे। और जिस दिन ये दावा किया गया सी कि सानू कॉलिंग हुई है, भाजपा डरा रही है, उस दिन 4 भाजपा के कौंसलर जलंधर चों तोड़ के लिआंदे गए। इसे चलते रौले रप्पे के दौरान लुधियाने के कुछ मौजूदा ते कुछ साबका कौंसलर, कांग्रेसी भी ते अकाली भी, अपने च शामिल किए गए। तो उस टाइम इन्होंने कहा कि असी कचरा एकत्र नहीं करना, इकट्ठा नहीं करना, साडे विहड़े च गंद पऊगा। पर एक सवाल है, जिथों राजनीति थोड़ी शक्की निगाह नाल देखी जानी चाहिए है कि 4 बंदियां ने तुहानू अप्रोच किया, चारे ही वजीर उस टाइम दे, चारे ही तुहाडे मुताबिक रेते की खेड दे विच शामिल सी, पर तुसीं ही दस दिओ उन्हां 4 चों फिर बाद दे विच तुसीं गिरफ्तार किसनूं कीता। सवाल तो होणगे ना, शक संशय तो होणगे। हुण देखते हैं इस मामले च किहड़ा इतिहास बनता है या फिर पिछली कहानी दोहराई जाती है। ऑपरेशन लोटस है या ऑपरेशन नोटिस? तुसीं कहोगे ये किहड़ा ऑपरेशन है? नहीं हजूर, एक ऑपरेशन लोटस जिहड़ा हुंदा है अक्सर, एक हुंदा ऑपरेशन नोटिस कि लोग सानू नोटिस करना। ये किहड़ा ऑपरेशन है, लोटस या नोटिस? सवालिया निशान। धन्यवाद, अगली बार फिर मिलते हैं। सारिਆਂ ਨੂੰ सत श्री अकाल।